पर इन्हों की मीटिंगों से उदों असीं गए नहीं किसी भी चलो भी मसला कोई बड़ा नहीं सीगा, लगता भी हो जाऊगा। साहब संधू सीगा, कई मुंडे साडे जंग मुंडे सीगे उहदे विच, मनीष बाई भी सीगा उहदे विच, इन्होंने भी काफ़ी योगदान पाया। उन्होंने की देखा 5-6 महीनों तो कमेटी के चल रहे हैं, उन्होंने देख लिया भी जब 20-50 बंदे इकट्ठे होंगे, उन्होंने अपनी बदलोबाजी देख ली हैगी। MLA कई बार आ चुके हॉस्पिटल के MLA की नहीं बनाया हल्का ਵਧਾਉਣ ਲਈ, वो अपनी बात नहीं पुछदा। अज भी उहदे कोल गल तां पहुंचे हुए MLA कोल, कोई आम पार्टी का बंदा कोई आया, मैं तो लीना नहीं गा, जिसे पता गा भी दसो, लगता भी आएगा आया तो नहीं कोई आम पार्टी वाला कबीर कोई नहीं आया। कई ना साडी गल हुई जो असीं अन्ने भगत बन जाने, चलो असीं कहते जी मैं इत्थे गल की चलदी, मैं बोलिया इशू जाऊगा वो अकाली दल विरोध कर रहे हैं, पंमा बोलिया इत्थे गल चलनी है यार वो कांग्रेस वाले वो विरोध कर रहे हैं पार्टी का ना। हुण किसान आगू बोलिया ये बोले इन्हां दा यार काम ही आ धरने लाउणा, ये विहले थोड़ी है आपां नूं पता, इन्हां नूं पता भी इकट्ठ करना किन्ना औखा। हुण आपां कल असीं लॉसमेंट परसों भी करी, लॉसमेंट भी करी, काफ़ी गल्लां होईयां, पर इकट्ठ होया नहीं गा। इकट्ठ करना बहुत औखा, लोकां नूं जगाउणा बड़ा औखा है। किसानां नूं धन मंनदे जिहड़े भरा ये दिन रात, नाले इन्हां दा खेतीबाड़ी दा काम आ, पट्ठे पाने, धारां चोणियां, माईयां ने घरे काम करने, फिर बाहर जाना। माईयां नूं पहलां तां आम आपां घरों नहीं निकलण दिंदे भी किੱਧਰ दुनिया फिरदियां, ये शब्द बोलदे। मैं इन्हां दा भी धन्नवाद करदा ग्रां वालीਆਂ बीबीਆਂ ਦਾ भी ਜਿਹੜਾ बड़ा संघर्ष करਦੀਆਂ इन्हां नूं देखदे ਹੁੰਦੇ ਸੀ काफ़ी टाइम तो। सो सानूं जिन्ना असीं इकट्ठ करांगे, मेन मुद्दा भी बड़ा लमकाउणा नहीं, बड़ा लंबा नहीं करना गा। 5-6 महीने मीनस कितना दिन हो गए, 6 महीने हो गए, कोई नहीं जोड़ निकलिया, कोई इकट्ठ ही नहीं होयागा। निचोड़ की निकलो, जिन्ना चर इकट्ठ नहीं होंदा असीं 10 बंदे टैंट ला के बह जी, कोई प्रभाव नहीं पैना। प्रभाव पैना इकट्ठ साडी 25-30 हज़ार की आबादी है, एक MLA बनदा गा, किन्ने पिंड पैंदे, किन्ने ਉਹਨੂੰ ਪੈਂਦੇ ਆ, ਤੇ ਆ ਕੇ ਉਹ 15 ਦਿਨ ਹੱਥ ਜੋੜ ਕੇ 5-10 ਜਣੇ ਮੇਰੇ ਵਰਗੇ ਉਹਦੇ ਨਾਲ ਗੱਡੀਆਂ 'ਚ ਬਹਿਣ ਵਾਲੇ, ਉਹ MLA ਬਣ ਕੇ ਜਾ ਕੇ ਉੱਥੇ ਬਹਿੰਦਾ ਜਿਵੇਂ ਉਹਨੂੰ ਤੱਪੇ ਬਹਿ ਗਿਆ ਨਾ। ਮੁੜ ਕੇ 25-30 ਹਜ਼ਾਰ ਦੀ ਆਬਾਦੀ ਜਿਹੜੇ ਆਪਣੇ ਲੋਕ ਹੈ ਤਰਸਦੇ ਫਿਰਦੇ, ਅਸੀਂ ਮੁੜ ਕੇ ਇੱਕ ਬੰਦੇ ਮਗਰ ਭੱਜੇ ਫਿਰਦੇ, ਸਾਡਾ ਹੱਕ ਹੀ ਨਹੀਂ ਬਣਦਾ ਉੱਥੇ ਜਾਣ ਦਾ। MLA ਅਸੀਂ ਬਣਾਇਆ ਗਾ, ਅਸੀਂ ਉਹਨੂੰ ਜਿਤਾ ਕੇ ਤੋਰਿਆ ਗਾ, ਅਸੀਂ ਵੱਡਿਆ ਕੋਈ ਵੱਡਾ, ਲੋਕ ਵੱਡੇ ਆ ਗਏ, ਸਾਨੂੰ ਉਹਦੇ ਪਿੱਛੇ ਜਾਣਾ ਪੈਂਦਾ। ਕਿਉਂ ਜਾਈਏ? ਇਹ ਗੱਲਾਂ ਸਾਨੂੰ ਸਮਝਣੀਆਂ ਪੈਣਗੀਆਂ। ਜਦੋਂ ਜਿੰਨਾ ਚਿਰ ਅਸੀਂ ਇੰਨੇ ਭਗਤ ਹਾਂ, ਮੈਂ ਕਹਿੰਦਾ ਮੈਂ ਆਮ ਪਾਰਟੀ ਦਾ ਵਰਕਰ ਹਾਂ, ਲਾ ਲਓ ਮੈਂ ਵਰਕਰ ਹਾਂ, ਮੈਂ ਉਹਦੇ ਲਈ ਕੰਮ ਕੀਤਾ ਗਾ। ਮੈਂ ਫਿਰ ਉਹ ਚਾਪਲੂਸੀ ਹੀ ਕਰੂੰਗਾ, ਮੈਨੂੰ ਕੋਈ ਚੇਅਰਮੈਨ ਲਾ ਦੇਣ, ਮੈਂ ਕਮੇਟੀ ਦਾ ਪ੍ਰਧਾਨ ਬਣ ਜਾ, ਜਾਂ ਕੋਈ ਬਲਾਕ ਦਾ ਬਣ ਜਾ, ਮੇਰੇ 'ਚ ਇਹ ਹੋਊਗਾ, ਮੈਂ ਬੋਲੂ ਕਿਉਂ? ਮੈਨੂੰ ਮੇਰੇ ਉਹ ਇਹ ਚੀਜ਼ ਤੋਂ ਕਾਣ ਹੋਊ ਮੇਰੇ 'ਚ ਵੀ, ਯਾਰ ਮੇਰਾ ਅਹੁਦਾ ਖਤਮ ਹੋ ਜਾਊਗਾ, ਮਸਾਂ ਤਾਂ ਨੇੜੇ ਲੱਗਿਆ ਪਾਰਟੀ ਦੇ, ਮੈਨੂੰ MLA ਨਾਲ ਬਣਾਉਂਦੇ ਹੈਗੇ, ਬੋਲਦੇ ਨਹੀਂਗੇ। ਜੇ ਜਿੰਨੇ ਕੁ ਮੁੰਡੇ ਸਾਡੇ ਜੰਗ ਆਮ ਪਾਰਟੀ ਦੇ ਸੀਗੇ, ਇੱਕ ਹਵਾ ਚੱਲੀ ਸੀਗੀ, ਇਹ ਭਗਵੰਤ ਮਾਨ ਦੇ ਮੂੰਹ ਨੂੰ ਵੋਟਾਂ ਪਈਆਂ ਗਈਆਂ, ਨਾ ਕਿ ਕੇਂਦਰੀਵਾਲ ਦੇ ਨੂੰ ਪਈਆਂ ਗਈਆਂ ਨਾ। ਹੁਣ ਜੋ ਮੈਂ ਵੀ ਸਿਸਟਮ ਤਾਂ ਦਿੱਲੀ ਤੋਂ ਚੱਲ ਰਿਹਾ ਨਾ, ਭਗਵੰਤ ਮਾਨ ਦੀਆਂ ਗੱਲਾਂ ਪਹਿਲਾਂ ਕਹਿੰਦੇ 2 ਵਾਰੀ MP ਰਹਿ ਗਿਆ, ਭਦੌੜ ਦਾ ਪਹਿਲਾਂ ਆ ਕੇ ਤਾਂ ਨਹੀਂ ਬੜਿਆ, ਜਦੋਂ ਬਣ ਗਿਆ ਹੱਥ ਜੋੜ ਕੇ ਤੁਰਦੇ, ਇੱਕ ਦਿਨ ਆ ਕੇ ਉਹਨੇ ਬਾਤ ਨਹੀਂ ਪੁੱਛੀ ਗਈ। ਆਪਾਂ ਨੂੰ ਇਹ ਆਦੀਵਾਸੀ ਸਮਝਦੇ ਹੈਗੇ ਵੀ ਲੋਕ ਇਹ ਮੂਰਖਾ, ਜਿਵੇਂ ਆਪਾਂ ਕਹਿੰਦੇ ਤੜਕੇ ਪਸ਼ੂ ਛੱਡ ਦਿੰਦੇ ਆ, ਢਿੱਡ ਭਰ ਕੇ ਸ਼ਾਮ ਨੂੰ ਕਿੱਲਿਆਂ ਤੇ ਆਉਂਦੇ, ਲੋਕ ਇਦਾਂ ਸਮਝਦੇ ਭਦੌੜਿਆਂ ਨੂੰ ਤਾਂ ਲੋੜ ਹੀ ਨਹੀਂ, ਨਾ ਹਸਪੀਟਲ ਦੀ ਲੋੜ ਆ, ਨਾ ਇਹਨਾਂ ਨੂੰ ਹੋਰ ਕੋਈ ਵਿਕਾਸ ਦੀ ਲੋੜ ਆ, ਤੁਰੇ ਫਿਰਨ ਤੋਂ। ਜਦੋਂ ਅਸੀਂ ਬੋਲਾਂਗੇ, ਜੇ ਹੁਣ ਕਿਸਾਨ ਜਥੇਬੰਦੀਆਂ ਉੱਠੀਆਂ ਬੋਲੀਆਂ ਤਾਂ ਸੰਘਰਸ਼ ਦਿੱਲੀ ਦਾ ਇੰਨਾ ਵੱਡਾ ਉਹਨਾਂ ਨੇ ਕਰਿਆ, ਤੇ ਫੇਰ ਹੀ ਜਾ ਕੇ ਜਿੱਤੇ ਆ, ਉੱਥੇ ਤੱਕ ਆਵਾਜ਼ ਪਹੁੰਚੀ ਆ। ਇਹ ਹਸਪੀਟਲ ਦਾ ਮੁੱਦਾ ਕੋਈ ਬੜਾ ਵੱਡਾ ਨਹੀਂ ਗਾ, ਜੇ ਅਸੀਂ ਜਿੱਦਾਂ ਇਕੱਠ ਕਰਾਂਗੇ ਉਹਦੀ ਛੇਤੀ ਸਾਡਾ ਮਸਲਾ ਹੱਲ ਹੋਊਗਾ। ਕਮੇਟੀ ਦਾ ਬਣਾ ਲਾਂਗੇ ਅਸੀਂ, ਕਮੇਟੀ ਨੂੰ ਕਿਹਾ 4 ਬੰਦੇ ਮੂਹਰੇ ਲਾ ਕੇ ਹੁੰਦੇ, ਜਿਹਨਾਂ ਦੀ ਜ਼ਿੰਮੇਵਾਰੀ ਹੋ ਜਾਂਦੀ ਆ। ਵੀ ਜ਼ਿੰਮੇਵਾਰੀ ਕੀ ਹੁੰਦੀ ਹੈ? ਇਕੱਠ ਕਰਨਾ, ਇੱਧਰ ਉੱਧਰ ਜਾਣਾ, ਹੋਰ ਗੱਲਾਂ ਬਾਤਾਂ, ਇਹੀ ਕਮੇਟੀ ਹੁੰਦੀ ਆ। ਹੋਰ ਤਾਂ ਕੋਈ ਕਮੇਟੀ ਦਾ ਮੈਂਬਰ ਬਣ ਗਿਆ, ਮੈਂ ਅਹੁਦਾ ਲੈਣਾ ਹੈਗਾ ਨਾ, ਤੇ ਸਾਨੂੰ ਮੇਨ ਮੁੱਦਾ ਕੀ, ਸਾਨੂੰ ਇਕੱਠ ਕਰਨਾ ਪਊਗਾ। ਇਹਨੂੰ ਬਾਹਲਾ ਲਮਕਾਉਣਾ ਨਹੀਂ ਆ। ਬੈਠਾ ਮਨੀਸ਼, ਇਹਨਾਂ ਨੂੰ 5 ਮਹੀਨੇ ਹੋ ਗਏ ਹੈਗੇ, ਰਾਤ ਅਸੀਂ ਇਹਨਾਂ ਦੇ ਗਰੁੱਪ ਦੇ ਵਿੱਚ 188 ਜਣੇ ਹੈਗੇ, ਮੈਂ ਵੀ ਉਹਦੇ ਵਿੱਚ ਮੈਸੇਜ ਪਾਇਆ, ਮਨੀਸ਼ ਦਾ ਵੀ ਆਇਆ, ਸ਼ਹੀਦ ਭਗਤ ਸਿੰਘ ਕਲੱਬ ਦੇ ਮੈਂ ਮੈਂਬਰ ਆ, ਉਹਦਾ ਪ੍ਰਧਾਨ ਵੀ ਬੈਠਾ ਹੈਗਾ, ਮੁੰਡੇ ਸਾਰੇ ਇਹ 10-15 ਮੁੰਡੇ ਆਏ ਆ ਕੋਠੇ ਬਾਬਾ, ਧੰਨਵਾਦ ਕਰਦਾ ਇਹਨਾਂ ਦਾ ਜਿਹੜੇ ਉੱਥੋਂ ਆਇਆ ਇਹ। ਤੇ ਇਹਨਾਂ ਦੇ ਵਿੱਚ ਕਲੱਬ ਦੇ ਵਿੱਚ ਇਹਨਾਂ ਦੇ ਵਿੱਚੋਂ 2 ਮੁੰਡੇ ਬੋਲੇ, ਮੈਂ ਕਹਿੰਦਾ 188 ਦੇ ਵਿੱਚੋਂ 7 ਜਣੇ ਬੋਲੇ ਆ। 7 ਦੇ ਵਿੱਚੋਂ ਮੈਂ ਕਹਿੰਦਾ ਮਨੀਸ਼ ਆ, ਇੱਕ ਮੈਂ ਆ, 1-2 ਬੰਦੇ ਹੋਰ ਆਏ ਹੋਣਗੇ 188 ਦੇ ਵਿੱਚੋਂ। ਸਾਹਿਬ ਸੰਧੂ ਨੂੰ ਮੈਂ ਫੋਨ ਕਰਿਆ, ਉਹਨੇ ਫੋਨ ਨਹੀਂ ਚੱਕਿਆ। ਹੁਣ ਪਤਾ ਕੀ ਹੁੰਦਾ, ਜੇ ਆਪਾਂ ਬੋਲ ਪਏ ਹੁਣ ਸਾਹਿਬ ਸੰਧੂ ਵਰਗੇ ਪਿੱਛੇ ਹਟ ਜਾਣਗੇ ਵੀ ਯਾਰ ਪਤਾ ਨਹੀਂ ਕਾਹਦੇ ਲਈ ਵੀ ਅਸੀਂ ਫੇਮ ਭਾਲਦੇ ਹਾਂ। ਕੋਈ ਮੈਂ ਨਹੀਂ ਕਹਿੰਦਾ ਵੀ ਮੈਂ ਤੁਹਾਡੇ ਬੱਚਾ ਹੈਗਾ, ਜੇ ਮੈਂ 2 ਗੱਲਾਂ ਬੋਲਣ ਜਾਣਦਾ, ਮੈਂ ਇੱਥੋਂ ਹੀ ਸਿੱਖਿਆ, ਹਰ ਬੰਦੇ ਨੂੰ ਬੋਲਣੀਆਂ ਚਾਹੀਦੀਆਂ ਨਾ। ਫੇਰ ਜਦੋਂ ਮੈਂ ਬੋਲਦੇ ਸਾਡੀ ਕਲਮ ਚੱਲੂਗੀ, ਦੂਰ ਤੇ ਜਾਂਦੀ ਹੈਗੀ। ਵੀ ਜਦੋਂ ਉਹ ਕੋਈ ਅਸੀਂ ਇਹ ਨਹੀਂ ਵੀ ਕੱਲ੍ਹ ਨੂੰ ਡਾਕਟਰ ਆਉਣਗੇ ਭੱਜ ਕੇ ਹਾथ ਪਾਵਾਂਗੇ, ਅਸੀਂ ਕਹਿੰਦੇ ਫੋਟੋ ਖਿੱਚੋ ਯਾਰ, ਸਾਡੀ ਅਖਬਾਰ 'ਚ ਫੋਟੋ ਅਸੀਂ ਡਾਕਟਰ ਲਿਆਂਦੇ ਆ, ਇਹ ਗੱਲਾਂ ਨਹੀਂ ਸਾਨੂੰ ਮੈਨੇ ਰੱਖਦੀਆਂ ਗਈਆਂ। ਸਾਨੂੰ ਰੱਖਦਾ ਸਾਡਾ ਵਿਕਾਸ। ਭਦੌੜ ਬਹੁਤ ਪਿੱਛੇ ਹੈਗਾ, ਸਾਡੀ ਤਰਾਸਦੀ ਹੈ। ਜੇ ਟੱਲਿਆਂ ਦੀ 500,000 ਵੋਟ ਹੋਣੀ ਹੈ, ਜੇ ਉੱਥੇ ਜਾ ਵੜਿਆ ਤਾਂ ਵੱਡੀ ਸਪੀਡ ਸਾਡੇ ਹੋਰ ਕੀ ਹੋਊਗੀ। 25-30 ਹਜ਼ਾਰ ਦੀ ਸਾਡੀ ਆਬਾਦੀ ਹੈ, ਕਿੰਨੀਆਂ ਪੰਚਾਇਤਾਂ ਆਈਆਂ, ਜਿੰਨਾ ਪੁਰਾਣਾ ਸਾਡਾ ਇਤਿਹਾਸ ਹੈਗਾ ਨਾ ਭਦੌੜ ਦਾ, ਵੀ ਕਿੱਥੋਂ ਤੱਕ ਗਏ ਹਾਂ ਅਸੀਂ। ਤੇ ਸਾਡੇ ਹਸਪੀਟਲ ਅੱਜ ਤੋਂ 10 ਸਾਲ ਵਧੀਆ ਚੱਲਦੇ, ਜਦੋਂ ਔਜਲਾ ਲੰਮਾ ਟਾਈਮ ਔਜਲਾ ਰਿਹਾ ਹੈਗਾ, ਲੰਮਾ ਟਾਈਮ ਰਾਜਕੁਮਾਰ ਰਿਹਾ, ਜੋ ਰਾਤ ਨੂੰ ਜਾਂਦੇ ਸੀ ਔਜਲਾ ਵੀ ਬਾਹਰ ਖੋਲ੍ਹਦਾ ਸੀ, ਗੱਲ ਸੁਣਦਾ ਸੀ, ਰਾਜਕੁਮਾਰ ਵੀ ਸੁਣਦਾ ਸੀ। ਬਹੁਤ ਟਾਈਮ ਲੰਮਾ ਸਮਾਂ ਹੋ ਰਿਹਾ ਕਿ ਉਸ ਤੋਂ ਬਾਅਦ ਡਾਕਟਰ ਕੋਈ ਨਹੀਂ ਟਿਕਿਆ। ਵੀ ਸਾਨੂੰ ਗੱਲਬਾਤ ਇਹਨਾਂ ਨੇ ਕਹੀ ਵੀ ਹਸਪੀਟਲ ਦੀ ਦੇਖਣੀ ਪਊ ਸਫਾਈ ਦਾ, ਵੀ ਡਾਕਟਰ ਆਪਦੇ ਆ ਬਦਲੀ ਕਰਾ ਰਹੇ ਆ, ਜਾਂ ਕੋਈ ਉੱਥੋਂ ਸਰਕਾਰਾਂ ਦੀ ਦਾਅਵਾ, ਸਾਨੂੰ ਸਾਰੀ ਗੱਲ ਕਰਨੀ ਪੈਣੀ ਆ। ਨੰਬਰ 2 ਤੇ ਬੜਾ ਲੰਮਾ ਟਾਈਮ ਨਾ ਪਾਓ,
ਜਿਵੇਂ ਵੀ ਲੀਕਾਂ ਕਿਸਾਨ ਦੁਨੀਆ ਦਾ ਆਪਣੇ ਨਾਲ ਆ। ਮੁੱਦਾ ਆਪਣਾ ਇਕੱਠ ਦਾ ਗਾ, ਜਿੱਡਾ ਵੱਡਾ ਇਕੱਠ ਲੈ ਕੇ ਚੱਲਾਂਗੇ ਉੱਡੀ ਛੇਤੀ ਆਪਾਂ ਇਹਨੂੰ ਜੰਗ ਨੂੰ ਜਿੱਤ ਲਾਂਗੇ। ਜੇ ਹਸਪੀਟਲ 'ਚ ਕੋਈ ਲੋੜ ਪਈ, ਫੰਡ ਦੀ ਪਈ, ਜਿੰਨੇ ਕੁ ਮੁੰਡੇ ਜੁੜਾਂਗੇ ਆਪਾਂ ਸਾਰੇ ਭਾਈ ਯਾਰ ਪਾ ਸਕਦੇ ਹਾਂ 2-2 ਹਜ਼ਾਰ ਜਿੰਨੀ ਕੁ ਆਪਣੀ ਹੈਸੀਅਤ ਰੱਖਦੇ ਉਹਨੇ ਪੈਸੇ ਪਾ ਕੇ ਆਪਾਂ ਸਰਕਾਰੀ ਕੰਮ ਕਰ ਸਕਦੇ ਹਾਂ। ਕਿ ਆਪਾਂ ਵੀ ਸਪੋਰਟ ਕਰੀਏ। ਚੰਨ ਨਾਲ ਦਾ ਹਸਪੀਟਲ ਆ, ਬਹੁਤ ਵਧੀਆ ਬਣਿਆ। ਉੱਥੇ ਪਿੰਡ ਵਾਲਿਆਂ ਨੇ ਵੀ ਸਹਿਯੋਗ ਦਿੱਤਾ, ਸਰਕਾਰ ਨੇ ਵੀ ਦਿੱਤਾ ਗਾ। ਗੱਲ ਕੀ ਆ ਉਗੋਗੇ ਦੀ ਵੀ MLA ਇੱਥੋਂ ਦਾ ਗਾ। ਹਲਕਾ ਭਦੌੜਾ ਜਿਹੜਾ ਵੀ ਹੁੰਦਾ ਆਪਣੇ ਨਾਲ ਇਦਾਂ ਹੀ ਹੋ ਰਹੀ ਆ। 15 ਮੈਂ ਤਾਂ ਮੇਰੀ 42 ਸਾਲ ਦੀ ਉਮਰ ਹੋ ਗਈ ਹੈਗੀ। ਮੈਂ ਇੱਥੇ ਹੀ ਨਹੀਂ ਦੇਖਿਆ ਜਿੱਦਾਂ ਸਾਡੇ ਅਕਾਲੀ ਕਾਂਗਰਸ ਜੋ ਵੀ ਸਾਡੀਆਂ ਪਾਰਟੀਆਂ ਸੀ ਪਹਿਲਾਂ ਦੀਆਂ ਕਾਂਗਰਸ, ਅਸੀਂ ਕੋਈ MLA ਨਹੀਂ ਪੈਦਾ ਕਰ ਸਕੇ ਭਦੌੜ ਦੇ ਵਿੱਚ। ਵੱਡੀ ਗੱਲ ਆ ਜਿਹੜੀ ਕਿ ਸਾਨੂੰ MLA ਨਹੀਂ ਹਾਲੇ ਤੱਕ। ਫਿਰ ਮਿਊਨਿਸਪਲ ਕਮੇਟੀ ਦੀਆਂ ਆ ਗਈਆਂ ਵੀ ਹੁਣ ਦੇਖੋ ਜੇ ਪ੍ਰਧਾਨ ਬਣਦਾ ਤਾਂ ਕੀ ਹਾਲਾਤ ਹੁੰਦੇ ਆ ਪ੍ਰਧਾਨ ਬਣਦੇ। ਅਸੀਂ 15-20 ਸਾਲ ਪਹਿਲਾਂ ਪਤਾ ਨਹੀਂ ਲੱਗਦਾ ਸੀ ਵੀ ਨਹਿਰੂ ਵਰਗੇ ਪ੍ਰਧਾਨੀਆਂ ਕਰਨਗੇ, ਭਗਤ ਸਿੰਘ ਵਰਗੇ ਕਰਕੇ ਪਤਾ ਨਹੀਂ ਲੱਗਦਾ ਵੀ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਆ। ਇਹਦੇ ਪਿੱਛੇ ਲੜਾਈਆਂ ਇਹ ਹੁੰਦੀਆਂ ਕਿਉਂ? ਜਿਵੇਂ ਅਕਾਲੀ ਆ ਇਹਨਾਂ 'ਚ ਪਾੜਾ ਪਿਆ ਗਿਆ, ਕਾਂਗਰਸ ਦੇ ਵਿੱਚ ਆਸ ਭਾਟੇ ਫਿਰਦੇ ਆ। ਉਹ ਇੱਕ ਦੂਜੇ ਦੀਆਂ ਜੇ 4 ਬੰਦੇ ਇੱਥੇ ਆ ਕੇ 4 ਉਹਦੀਆਂ ਲੱਤਾਂ ਖਿੱਚਣਗੇ। ਇਹ ਵੱਡੀਆਂ ਗੱਲਾਂ ਆਈਆਂ ਵੀ ਆਪਾਂ ਕੋਸ਼ਿਸ਼ ਕਰੋ ਹੈ ਨਾ, ਆਪਦੇ ਆਪ ਨੂੰ ਵਿੱਚ ਪਾਵਰ ਭਰੋ, ਇੰਨੀ ਰਿਸਪੈਕਟ ਭਰੋ ਵੀ ਅਸੀਂ ਇਕੱਠ ਕਰਨਾ ਯਾਰ। ਵੀ ਮੈਂ ਵੀ ਕੋਸ਼ਿਸ਼ ਕਰੂੰਗਾ। ਮੈਂ ਪਹਿਲਾਂ ਪੰਮੇ ਨਾਲ ਵੀ ਗੱਲ ਕੀਤੀ ਆ ਵੀ ਅਸੀਂ ਗੱਡੀ ਖੁਦ ਲੈ ਕੇ ਜਾਵਾਂਗੇ, ਆਸੇ-ਪਾਸੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਮਿਲਾਂਗੇ, ਕੋਸ਼ਿਸ਼ ਕਰਾਂਗੇ ਜਿੱਦਾਂ ਵੱਡਾ ਆਪਾਂ ਜਿੰਨੀ ਜਲਦੀ ਕਰ ਸਕਦੇ ਹਾਂ ਇਕੱਠ ਕਰ ਸਕਦੇ ਹਾਂ, ਫਿਰ ਜਾ ਕੇ ਮਸਲਾ ਹੱਲ ਹੋ। ਉਗੋਗੇ ਕੋਲੇ 2-3 ਵਾਰੀ ਉਗੋਗੇ ਹਸਪੀਟਲ 'ਚ ਵੀ ਆ ਗਿਆ, ਉਹਨੂੰ ਪਤਾ ਹੀ ਹੈ ਪ੍ਰਧਾਨ ਜੀ ਨੇ ਉਹਨਾਂ ਧਿਆਨ 'ਚ ਗੱਲ ਲਿਆਂਦੀ ਆ। ਕੱਲ੍ਹ ਵੀ ਪੋਸਟ ਆਪਾਂ ਪਰਸੋਂ ਪਾਈ ਹੈ, ਇਹ ਵੀ ਆਪਣੀ ਗਈ ਆ, ਕੋਈ ਫਾਇਦਾ ਨਹੀਂਗਾ। ਆਪਾਂ ਪੂਰੇ ਜ਼ੋਰ ਨਾਲ ਹਮਲਾ ਮਾਰੀਏ ਵੀ ਆਪਾਂ ਛੇਤੀ ਸੰਘਰਸ਼ ਜਿੱਤ ਲਾਂਗੇ। ਜੇ ਨਾ ਜਿੱਤਿਆ ਜਿੰਦਾ ਤਾਂ ਲੱਗ ਗਿਆ ਹਸਪੀਟਲ ਨੂੰ, ਫਿਰ ਢੱਲੇ ਵਾਲ ਤੁਰੇ ਫਿਰਾਂਗੇ। ਇੱਥੇ ਸਰਵਿਸ ਦੇਖੋ ਵੀ ਮੇਨ ਬੱਸ ਸਟੈਂਡ ਇੱਥੇ ਹੈਗਾ, ਮੇਨ ਹਾਈਵੇ ਰੋਡ ਆਪਣੀ ਉੱਤੋਂ ਦੀ ਨਾ। ਟੱਲੇ ਵਾਲੇ ਕੀ ਆ, ਜੇ ਆਪਾਂ ਤਪੇ ਦੀ ਗੱਲ ਮੰਨੀਏ ਲੋਕਲ ਆ, ਸਰਵਿਸ ਹੀ ਹੈ ਨਹੀਂ ਟੱਲੇ ਵਾਲੀ ਦੀ। ਬਰਨਾਲੇ ਦੀ ਤਾਂ ਹੈਗੀ ਆ, ਟੱਲੇ ਵਾਲੀ ਦੀ ਕਹਿੰਦੀ ਸਰਵਿਸ ਕਿਹੜਾ ਟੈਂਪੂ ਤੇ ਜਾਊਗਾ ਦੱਸੋ? ਵੱਡੀ ਗੱਲ ਆ ਵੀ ਆਪਾਂ ਇਕੱਠ ਕਰੀਏ। ਪ੍ਰਧਾਨ ਜੀ ਬੈਠੇ ਨੇ, ਬੰਮਾ ਬੈਠਾ, ਇੱਥੇ ਕੋਈ ਵੱਡਾ ਛੋਟਾ ਨਹੀਂ, ਕੋਈ ਅਹੁਦੇ ਹੈ ਨਹੀਂ ਕਿ ਸਾਰੇ ਆਪਾਂ ਭਾਈਆਂਗੇ। ਜਦੋਂ ਆਪਾਂ ਪਰਿਵਾਰ ਬਣਾ ਕੇ ਚੱਲਾਂਗੇ ਤਾਂ ਆਪਾਂ ਕਾਮਯਾਬ ਜ਼ਰੂਰ ਹੋਵਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਹੀ ਸਿਆਣੀਆਂ ਗੱਲਾਂ ਕਿ ਸਾਨੂੰ ਸੰਘਰਸ਼ ਦਾ ਬਿਗਲ ਵਜਾਉਣਾ ਚਾਹੀਦਾ। ਜਿਹੜੀ ਗੱਲ ਰਹੀ MLA ਸਾਹਿਬ ਨੂੰ ਮਿਲਣ ਵਾਲੀ, ਮੈਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਅੱਜ ਤੋਂ 3 ਦਿਨ ਪਹਿਲਾਂ ਹੀ ਆਪਣੇ ਗੋਬਿੰਦ ਵਾਲਿਆਂ ਦੇ ਸਕੂਲ ਦੇ ਵਿੱਚ MLA ਨੇ ਆਉਣਾ ਸੀ। ਅਸੀਂ ਉੱਥੇ ਗਏ, ਪਰ ਉੱਥੋਂ ਕਹਿੰਦੇ ਜੀ ਜਾ ਨਹੀਂ ਰਿਹਾਗਾ। ਉਹਨੂੰ ਪਤਾ ਲੱਗ ਗਿਆ ਵੀ ਬੰਦੇ ਇੱਥੇ ਆਏ ਹੋਏ ਆ। ਉਸ ਤੋਂ ਬਾਅਦ ਦੇ ਵਿੱਚ CID ਦਾ ਮੁੰਡਾ ਉਹ ਗੱਲ ਕਰਾਉਂਦਾ ਫੋਨ 'ਤੇ, ਉਹ ਟਾਈਮ ਲੈ ਕੇ ਦਿੰਦਾ ਵੀ 3 ਤਰੀਕ ਨੂੰ ਤੁਸੀਂ 2-3 ਜਾਣੇ ਮੈਨੂੰ ਮਿਲ ਲਓ। ਮਿਲਣ ਦਾ ਤਾਂ ਫਾਇਦਾ ਜੇ ਲੋਕਾਂ ਦੀ ਗੱਲ ਹੋਵੇ। ਫਿਰ ਅਸੀਂ ਉਹਨੂੰ ਇੱਕੋ ਗੱਲ ਕਹੀ ਸੀ ਵੀ MLA ਆਵੇ, ਆ ਕੇ ਤੇ ਲੋਕਾਂ ਦੇ ਵਿੱਚ ਬੈਠ ਕੇ, ਸਾਡਾ ਤਾਂ ਮਤਲਬ ਹੈਗਾ ਹਸਪਤਾਲ ਦਾ ਅੰਦਰ ਮਿਲਣ ਦਾ ਤਾਂ ਹੋਵੇ ਜੇ ਅਸੀਂ ਕੋਈ ਨੌਕਰੀ 'ਤੇ ਲੱਗਣਾ ਹੋਵੇ। ਸੋ ਇਸ ਕਰਕੇ ਆਪਾਂ ਨੂੰ MLA ਜੇ ਲੈ ਕੇ ਆਉਣਾ ਜਾਂ ਇੱਥੇ DC ਮੰਗਾਉਣਾ ਜਾਂ ਇੱਥੇ ਕੋਈ ਹੋਰ ਅਫਸਰ ਮੰਗਾਉਣਾ, ਤਾਂ ਪਿਛਲੀ ਵਾਰ ਵੀ 3 ਕੋਰੀ ਘੇਰੀ ਸੀ। ਉਸ ਟਾਈਮ ਤੇ 2015-16 ਦੇ ਵਿੱਚ ਵੀ ਕਹਿੰਦੇ ਸੀ ਵੀ ਇੱਥੋਂ ਜਿਹੜਾ ਹਸਪਤਾਲ ਆ ਇਹਨੂੰ ਬਦਲ ਕੇ ਅਸੀਂ ਉਹਨੂੰ ਛੋਟਾ ਕਰਨਾ ਹੈ, ਅਸੀਂ ਉਹਨੂੰ ਡਿਸਪੈਂਸਰੀ ਬਣਾਉਣਾ। ਤੇ ਅੱਜ ਵੀ ਹੋਰ ਉਹ ਹਾਲਾਤ ਨੇ। ਸੋ ਇਸ ਕਰਕੇ ਉਦੋਂ ਸੰਘਰਸ਼ ਦੇ ਮੂਹਰੇ ਲੋਕ ਝੁਕੇ, ਹੁਣ ਵੀ ਸੰਘਰਸ਼ ਦੀ ਲੋੜ ਹੈ। ਸਾਨੂੰ ਤਿੱਖਿਆ ਹੋ ਕੇ ਸੰਘਰਸ਼ ਲੜਨਾ ਚਾਹੀਦਾ। ਇੱਕ ਬੇਨਤੀ ਜ਼ਰੂਰ ਕਰੂੰਗਾ ਨੌਜਵਾਨ ਭਰਾਵਾਂ ਨੂੰ ਕਿ ਕਈ ਵਾਰੀ ਕੋਈ ਤੁਹਾਡਾ ਚਾਚਾ ਜਾਂ ਕੋਈ ਭਰਾ ਜਾਂ ਕੋਈ ਭੂਆ ਦਾ ਮੁੰਡਾ ਆ ਕੇ ਦਬਕਾ ਮਾਰੇ ਤੁਹਾਨੂੰ ਵੀ ਤੂੰ ਟਿਕ ਜਾ, ਪਾਰਟੀ ਦੇ ਵਿਰੁੱਧ ਬੋਲਦਾ, ਬਿਲਕੁਲ ਇਹ ਜਿਹੀ ਗੱਲ ਨਹੀਂ ਕਰਨੀ ਚਾਹੀਦੀ। ਡਰਨਾ ਨਹੀਂ ਚਾਹੀਦਾ। ਸਰਕਾਰ ਅਕਾਲੀਆਂ ਦੀ ਸੀ ਉਦੋਂ ਵੀ ਉਲਟ ਬੋਲਦੇ ਰਹੇ ਆ, ਕਾਂਗਰਸ ਦੀ ਸੀ ਉਦੋਂ ਵੀ ਉਲਟ ਬੋਲਦੇ ਰਹੇ, ਹੁਣ ਵੀ ਅਸੀਂ ਉਲਟ ਬੋਲਦੇ ਹਾਂ। ਲੋਕ ਮੁੱਦਿਆਂ 'ਤੇ ਬੋਲਦੇ ਹਾਂ, ਨਾ ਕਿ ਅਸੀਂ ਆਪਦੇ ਘਰ ਵਾਸਤੇ। ਘਰ ਦਾ ਕੋਈ ਸਾਡਾ ਮੈਟਰ ਨਹੀਂ ਹੈਗਾ, ਨਾ ਘਰ ਦੀ ਕੋਈ ਸਾਡੀ ਲੜਾਈ ਹੈ। ਹੁਣ ਮੈਂ ਬੇਨਤੀ ਕਰਾਂ ਸਾਡੇ ਸਤਿਕਾਰਯੋਗ ਪ੍ਰਧਾਨ ਮਨੀਸ਼ ਕੁਮਾਰ ਜੀ, ਉਹ ਵੀ ਆਪ ਜੀ ਨਾਲ ਵਿਚਾਰ ਸਾਂਝੇ ਕਰਨ। ਤੇ ਨਾਲ ਮੈਂ ਉਹਨਾਂ ਨੂੰ 2 ਕੁ ਬੇਨਤੀਆਂ ਜ਼ਰੂਰ ਕਰਾਂਗਾ ਕਿ ਪ੍ਰਧਾਨ ਸਾਹਿਬ, ਤੁਹਾਨੂੰ ਲੋਕਾਂ ਨੇ ਬੜੇ ਚਾਅ ਨਾਲ ਪ੍ਰਧਾਨ ਬਣਾਇਆ ਸੀ, ਲੋਕਾਂ ਦਾ ਚਾਅ ਸੀ ਤੁਹਾਡੇ ਤੇ ਸ਼ਹਿਰ ਦੇ ਵਿੱਚ ਵਿਕਾਸ ਪੱਖੋਂ ਪਾਣੀ ਖੜ੍ਹਾ ਹੈ, ਗੰਦਾ ਪਾਣੀ ਹੈ ਜਿਹੜਾ ਉਹ ਹਸਪਤਾਲ ਦੇ ਬਾਹਰ ਮੂਹਰੇ ਖੜ੍ਹਾ ਹੈ, ਉਹਦਾ ਜਿਹੜਾ ਬੁਰਾ ਹਾਲ ਹੈ। ਇਸ ਕਰਕੇ ਸਾਨੂੰ ਉਹਦੇ ਬਾਰੇ ਵੀ ਦੱਸੋ। ਇੱਕ ਸਾਡੇ ਵੀਰ ਓਂਕਾਰ ਬਰਾੜ ਜੀ ਕਹਿ ਕੇ ਗਏ ਸੀਗੇ ਵੀ ਭਦੌੜ ਦੇ ਵਿੱਚ ਜਿਹੜੇ ਸਫਾਈ ਦੀ ਕਮੀ ਹੈ ਹਸਪਤਾਲ ਦੇ ਵਿੱਚ। ਇੱਥੇ ਡਾਕਟਰ ਰਾਜਕੁਮਾਰ, ਡਾਕਟਰ ਔਜਲਾ ਜੀ ਤੇ ਉਦੋਂ ਪਹਿਲਾਂ ਬਹੁਤ ਸਾਰੇ ਡਾਕਟਰ ਆ ਜਿਹੜੇ ਇੱਥੇ 2-2 4-4 ਸਾਲ ਲਾ ਕੇ ਗਏ ਆ। ਡਾਕਟਰ ਦੀ ਕਿਸੇ ਵੀ ਅਫਸਰ ਦੀ ਕੋਈ ਮਰਜ਼ੀ ਨਹੀਂ ਹੁੰਦੀ ਕਿ ਮੈਂ ਇੱਥੋਂ ਬਦਲੀ ਕਰਾ ਕੇ ਚਲਿਆ ਜਾਵਾਂ। ਜੇ ਇੱਥੋਂ ਦਾ ਮਿਨਿਸਟਰ ਤੇ ਇੱਥੋਂ ਦੀ ਸਰਕਾਰ ਨੇ ਬਦਲੀ ਕਰੇ ਤੇ ਕਿਵੇਂ ਕਰਾ ਕੇ ਚਲਿਆ ਜਾਊਗਾ? ਬਿਨਾਂ ਮਿਨਿਸਟਰੀ ਤੋਂ, ਬਿਨਾਂ ਅਫਸਰਸ਼ਾਹੀ ਤੋਂ ਰਵਾਇਨਗੀ ਨਹੀਂ ਇੱਥੋਂ ਪੈਂਦੀ ਗੀ। ਇਸ ਕਰਕੇ ਇਹ ਗੱਲ ਨਹੀਂ ਹੈਗੀ ਵੀ ਉਹ ਇੱਥੋਂ ਸਫਾਈ ਬਹੁਤ ਵਧੀਆ ਹੁੰਦੀ ਸੀ ਪਹਿਲਾਂ ਵੀ, ਹੁਣ ਵੀ ਹੋ ਜਾਊਗਾ ਜੇ ਡਾਕਟਰ ਆਉਣਗੇ। ਬੇਨਤੀ ਕਰਾਂ ਪ੍ਰਧਾਨ ਸਾਹਿਬ ਨੂੰ ਉਹ ਪਾਣੀ ਦੇ ਮੁੱਦੇ 'ਤੇ ਵੀ ਜ਼ਰੂਰ ਸਾਨੂੰ ਜਾਣਕਾਰੀ ਦੇਣ ਤੇ ਹਸਪਤਾਲ ਦੇ ਬਾਰੇ ਵੀ ਸਾਨੂੰ ਜ਼ਰੂਰ ਦੱਸਣ ਕਿ ਕਿਉਂਕਿ ਤੁਸੀਂ MLA ਦੇ ਧਿਆਨ 'ਚ ਲਿਆਂਦਾ। ਤੇ ਨਾਲ ਇਹੀ ਇਕੱਲੀ ਗੱਲ ਨਹੀਂ ਹੈਗੀ ਕਿ ਸਾਡਾ ਲੋਕਾਂ ਦਾ ਮੁੱਦਾ ਇਹ ਹਸਪਤਾਲ, ਲੋਕ ਚੁਣਦੇ ਤੁਹਾਨੂੰ
ਪ੍ਰਧਾਨ MC ਸਰਪੰਚ ਇਸ ਕਰਕੇ ਬਣਾਉਂਦੇ ਕਿ ਸਾਡੀ ਰਾਖੀ ਕਰੋ, ਸਾਨੂੰ ਜਾਣਕਾਰੀ ਦਿਓ। ਸਭ ਤੋਂ ਪਹਿਲਾਂ ਮੈਂ ਫਤਿਹ ਅਰਜ਼ ਕਰਦਾ ਹਾਂ, ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਕਰਨ ਲੱਗੇ ਹਾਂ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕੋਈ ਰਾਜਨੀਤਿਕ ਸਟੇਜ ਨਹੀਂ ਹੈ। ਗੱਲ ਕਰਨ ਆਏ ਆ ਆਪਣੇ ਨਿੱਜੀ ਹੱਕਾਂ ਦੀ, ਆਪਣੇ ਦੋਸਤਾਂ ਮਿੱਤਰਾਂ ਗੁਆਂਢੀਆਂ ਦੀ ਲੋੜਾਂ ਦੀ। ਧੰਨਵਾਦ ਕਰਦੇ ਹਾਂ ਸਰਦਾਰ ਪਰਮਜੀਤ ਸਿੰਘ ਸੇਖੋਂ, ਸਾਬਕਾ MC ਸਾਹਿਬ, ਉਹਨਾਂ ਦੇ ਨਾਲ ਰਾਗੀ ਸਾਹਿਬ ਤੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨ, ਜਿਨ੍ਹਾਂ ਨੇ ਇੱਕ ਚੰਗੀ ਸੋਚ ਦੇ ਲਈ, ਚੰਗਾ ਕੰਮ ਕਰਨ ਦੇ ਲਈ ਅੱਜ ਇਹ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਮੀਟਿੰਗ ਰੱਖੀ ਹੈ। ਮੀਟਿੰਗ ਦਾ ਏਜੰਡਾ ਜੋ ਆਪਣੀ ਇੱਕ ਨਿੱਜੀ ਲੋੜ ਦੇ ਨਾਲ ਜੁੜਿਆ ਹੋਇਆ ਭਦੌੜ ਸਰਕਾਰੀ ਹਸਪਤਾਲ ਦਾ ਮੁੱਦਾ ਹੈ, ਜੋ ਅੱਜ ਨਹੀਂ ਪੈਦਾ ਹੋਇਆ। ਚਾਹੇ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ, ਚਾਹੇ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਤੋਂ ਲੈ ਕੇ ਅੱਜ ਤੱਕ ਭਦੌੜ ਹਸਪਤਾਲ ਸੁਰਖੀਆਂ ਦੇ ਵਿੱਚ ਰਿਹਾ। ਸੁਰਖੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ, ਇੱਕ ਚੰਗੇ ਪੱਖ ਦੀਆਂ, ਇੱਕ ਮਾੜੇ ਪੱਖ ਦੀਆਂ। ਲੇਕਿਨ ਜਿਹੜਾ ਭਦੌੜ ਦਾ ਹਸਪਤਾਲ ਹਮੇਸ਼ਾ ਮਾੜੇ ਪੱਖ ਤੋਂ ਸੁਰਖੀਆਂ ਦੇ ਵਿੱਚ ਰਿਹਾ। ਬੜੀ ਦੁੱਖ ਦੀ ਗੱਲ ਹੈ। ਮੈਨੂੰ ਲੱਗਦਾ ਕਿ ਇਹ ਮੇਰਾ, ਤੁਹਾਡਾ ਜਾਂ ਆਪਣੇ ਆਂਢੀ ਗੁਆਂਢੀ ਦਾ ਕੋਈ ਨਿੱਜੀ ਮਸਲਾ ਨਹੀਂ ਹੈ। ਮਸਲਾ ਇਹ ਆਪਣਾ ਸਰਬ ਸਾਂਝਾ। ਜਿੰਨੀ ਛੇਤੀ ਆਪਾਂ ਇਸ ਮਸਲੇ ਦੀ ਨਿਜਾਤ ਨੂੰ ਪਹਿਚਾਣਾਂਗੇ, ਓਨੀ ਛੇਤੀ ਆਪਾਂ ਇਸ ਮਸਲੇ ਦੇ ਹੱਲ ਵੱਲ ਨੂੰ ਜਾਵਾਂਗੇ। ਇਸ ਲਾਈਨ ਦੇ ਨਾਲ ਸੰਬੰਧਿਤ ਸਾਡੇ ਡਾਕਟਰ ਸਾਹਿਬ ਨੇ ਬੜੀ ਵਿਸਥਾਰ ਦੇ ਨਾਲ ਗੱਲਾਂ ਦੱਸੀਆਂ, ਜਿਹੜੀਆਂ ਆਪਣੇ ਦੇ ਵਿੱਚ ਬੈਠੇ ਕਈ ਲੋਕਾਂ ਨੂੰ ਇਹ ਗੱਲਾਂ ਦੇ ਬਾਰੇ ਜਾਣਕਾਰੀ ਨਹੀਂ ਸੀ। ਬੜੀ ਵੱਡੀ ਗੱਲ ਦੱਸੀ ਆ ਉਹਨਾਂ ਨੇ। ਸੋਚ ਕੇ ਦੇਖੋ, ਜੇ ਇਹ ਗੱਲ ਸੱਚ ਹੋ ਜਾਂਦੀ ਹੈ ਤਾਂ ਕੀ ਆਪਣੇ ਵਰਗੇ ਜ਼ਿੰਮੇਵਾਰ ਲੋਕਾਂ ਨੂੰ, ਜ਼ਿੰਮੇਵਾਰ ਵਿਅਕਤੀਆਂ ਨੂੰ ਆਉਣ ਵਾਲੇ ਬੱਚੇ, ਆਉਣ ਵਾਲੀਆਂ ਪੀੜ੍ਹੀਆਂ ਮਾਫ ਕਰਨਗੀਆਂ? ਕਿ ਆਪਾਂ ਸਮਾਜ ਦੇ ਉਹਨਾਂ ਚੰਦ ਗਿਣੇ ਚੁਣੇ ਜ਼ਿੰਮੇਵਾਰ ਲੋਕਾਂ ਦੇ ਵਿੱਚ ਆ, ਕੀ ਆਪਣੇ ਬੱਚੇ, ਆਪਣੇ ਛੋਟੇ ਭੈਣਾਂ ਭਰਾਵਾਂ, ਕੀ ਆਪਾਂ ਨੂੰ ਉਹ ਇਸ ਨਿਕੰਮੀ ਗੱਲ ਦੇ ਲਈ, ਨਿਕੰਮੀ ਸੇਧ ਦੇ ਲਈ ਆਪਾਂ ਨੂੰ ਸ਼ਾਬਾਸ਼ੇ ਦੇਣਗੀਆਂ, ਜਾਂ ਆਪਾਂ ਨੂੰ ਇਸ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਲਾਹਨਤਾਂ ਮਿਲਣਗੀਆਂ? ਸੋ ਮੈਂ ਸੋਚਦਾ ਵੀ ਆਪਾਂ ਨੂੰ ਇਹਨਾਂ ਲਾਹਨਤਾਂ ਦਾ ਪਾਤਰ ਨਾ ਹੋ ਕੇ ਇੱਕ ਤਰਤੀਬਵਾਰ ਢੰਗ ਦੇ ਰੂਪ ਦੇ ਵਿੱਚ ਸਰਕਾਰ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਸਾਡੇ ਇਸ ਹਲਕੇ ਦੇ ਮਾਣਯੋਗ MLA ਸਰਦਾਰ ਲਾਭ ਸਿੰਘ ਉਗੋਕੇ ਜੀ ਨਾਲ ਟੇਬਲ ਟਾਕ ਕਰਨੀ ਚਾਹੀਦੀ ਹੈ। ਚਾਹੇ ਆਪਾਂ ਉਹਨਾਂ ਨਾਲ ਗੱਲਬਾਤ ਕਰੀਏ ਜਾਂ ਉਹ ਆਪਣੇ ਨਾਲ ਕਰਨ, ਗੱਲ ਇੱਕ ਹੀ ਹੈ। ਮੇਰੀ ਇਹ ਨਿੱਜੀ ਰਾਏ ਆ ਵੀ ਆਪਾਂ ਨੂੰ ਟਕਰਾਅ ਦੀ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਇੱਕ ਵਾਰੀ ਸਖਾਵੇਂ ਮਾਹੌਲ ਦੇ ਵਿੱਚ ਸਰਕਾਰ ਦੇ ਉਹਨਾਂ ਜ਼ਿੰਮੇਵਾਰ ਵਿਅਕਤੀਆਂ ਦੇ ਸਾਹਮਣੇ ਇਹ ਗੱਲ ਰੱਖਣੀ ਚਾਹੀਦੀ ਹੈ, ਸਟਰੋਂਗਲੀ ਰੱਖਣੀ ਚਾਹੀਦੀ ਹੈ। ਇਸ ਗੱਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੋਕਲ ਜੋ ਲੀਡਰਸ਼ਿਪ ਹੈ, ਜੋ ਆਪਣੇ ਭਰਾ ਨੇ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਹਸਪਤਾਲ ਇਕੱਲਾ ਚੰਦ ਇਹਨਾਂ ਲੋਕਾਂ ਦਾ ਨਹੀਂ, ਉਹ ਆਪਣਾ ਸਾਰਿਆਂ ਦਾ ਹੈ। ਹਸਪਤਾਲ ਦੇ ਵਿੱਚ ਡਾਕਟਰ ਆਉਣਗੇ, ਨਾ ਉਹਨੇ ਹਿੰਦੂ ਦੇਖਣਾ, ਨਾ ਉਹਨੇ ਮੁਸਲਮਾਨ ਦੇਖਣਾ, ਨਾ ਸਿੱਖ, ਨਾ ਈਸਾਈ। ਉਹਨੇ ਸਿਰਫ ਦੇਖਣਾ ਤਾਂ ਇੱਕ ਮਰੀਜ਼। ਉਹ ਕੋਈ ਵੀ ਹੋ ਸਕਦਾ, ਉਹ ਮੈਂ, ਤੁਸੀਂ, ਮੇਰਾ ਭੈਣ ਭਰਾ, ਆਂਢੀ ਗੁਆਂਢੀ, ਛੋਟਾ ਵੱਡਾ ਬਜ਼ੁਰਗ, ਕੋਈ ਵੀ ਹੋ ਸਕਦਾ। ਬਹੁਤ ਮਹਿੰਗਾਈ ਦਾ ਜ਼ਮਾਨਾ ਹੈ। ਹਰ ਬੰਦਾ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਨਹੀਂ ਕਰਵਾ ਸਕਦਾ। ਐਡੀ ਵੱਡੀ ਜੋ ਬਿਲਡਿੰਗ ਪੁਰਾਣੇ ਸਮਿਆਂ ਦੇ ਵਿੱਚ ਭਦੌੜ ਨੂੰ ਮਿਲੀ ਹੈ, ਆਪਾਂ ਕੋਸ਼ਿਸ਼ ਕਰੀਏ ਕਿ ਉਸ ਹਸਪਤਾਲ ਦੀ ਬਿਲਡਿੰਗ ਨੂੰ ਵੀ ਬਰਕਰਾਰ ਰੱਖੀਏ ਤੇ ਉਸ ਵਿੱਚ ਜਿਸ ਸਾਜੋ ਸਮਾਨ ਦੀ, ਡਾਕਟਰਾਂ ਦੀ, ਸਟਾਫ ਦੀ, ਨਰਸਾਂ ਦੀ,
ਹੋਰ ਹੈਲਪਿੰਗ ਸਟਾਫ ਦੀ ਜ਼ਰੂਰਤ ਹੈ, ਉਹਨੂੰ ਸਰਕਾਰ ਦੇ ਨਾਲ ਗੱਲਬਾਤ ਕਰਕੇ ਉਹਨੂੰ ਪੂਰੀ ਕਰਨ ਦੇ ਲਈ ਕੋਸ਼ਿਸ਼ ਕਰੀਏ। ਸਰਦਾਰ ਓਮਕਾਰ ਸਿੰਘ ਬਰਾੜ ਜੀ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ, ਅੱਜ ਕੱਲ੍ਹ ਉਹਨਾਂ ਦੇ ਹੱਥ ਵੀ ਬੜੀ ਤਾਕਤ ਹੈ, ਜੋ ਸਾਡੇ ਹਲਕੇ ਦੇ ਜੋ ਇੱਕੋ ਇੱਕ ਸੰਗਰੂਰ ਸੀਟ ਦੇ MP ਸਰਦਾਰ ਸਿਮਰਜੀਤ ਸਿੰਘ ਮਾਨ ਨੇ, ਉਹਨਾਂ ਨਾਲ ਉਹਨਾਂ ਦੇ ਬੜੇ ਪੁਰਾਣੇ ਤੇ ਨਿੱਘੇ ਪਰਿਵਾਰਕ ਸੰਬੰਧ ਨੇ। ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਾਡੀ ਇਸ ਗੱਲ ਨੂੰ ਉਹਨਾਂ ਦੇ ਕੋਲ ਵੀ ਬੜੀ ਗੰਭੀਰਤਾ ਨਾਲ ਉਠਾਉਣ। ਮੈਨੂੰ ਇਸ ਗੱਲ ਦਾ ਵਿਸ਼ਵਾਸ ਵੀ ਹੈ ਉਹਨਾਂ 'ਤੇ ਕਿ ਉਹ ਆਪਾਂ ਨੂੰ ਨਾਲ ਲਿਜਾ ਕੇ ਆਪਣੀ ਉਹਨਾਂ ਨਾਲ ਗੱਲ ਵੀ ਕਰਾਉਣਗੇ ਤੇ ਆਪਣੀ ਗੱਲ ਨੂੰ ਢੁਕਵੇਂ ਤਰੀਕੇ ਦੇ ਨਾਲ ਰੱਖਣਗੇ। ਮੈਂ ਆਪਣੇ ਵੱਲੋਂ, ਆਪਣੇ ਸਮੂਹ MC ਸਾਹਿਬਾਨਾਂ ਵੱਲੋਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੇਰੀ ਕਿਸੇ ਵੀ ਵੇਲੇ ਇਸ ਸੁਧਾਰ ਕਮੇਟੀ ਨੂੰ ਦਿਨ ਜਾਂ 4 ਰਾਤ ਪੈਸੇ ਦੀ ਜਾਂ ਨਿੱਜੀ ਤੌਰ ਤੇ ਕਿਸੇ ਚੀਜ਼ ਦੀ ਵੀ ਜ਼ਰੂਰਤ ਹੋਵੇਗੀ, ਮੈਂ ਹਮੇਸ਼ਾ ਪਿੰਡ ਦੇ ਨਾਲ ਹਾਂ ਅਤੇ ਰਹਾਂਗਾ। ਨੰਬਰ ਦੂਜੀ ਗੱਲ, ਸਰਦਾਰ ਕੁਲਵੰਤ ਸਿੰਘ ਜੀ ਮਾਨ ਸਾਡੇ ਅੰਕਲ ਜੀ ਨੇ ਇੱਕ ਕਵਿਤਾ ਪੇਸ਼ ਕੀਤੀ ਸੀ, ਮੈਂ ਕਵਿਤਾ ਪੜ੍ਹੀ ਵੀ ਸੀ। ਚਾਹੇ ਉਸ ਗੱਲ ਦੇ ਵਿੱਚ ਵਿਅੰਗਮਈ ਚੋਟ ਹੈ ਤੇ ਪਰ ਅਸੀਂ ਉਸ ਚੋਟ ਨੂੰ ਸਵੀਕਾਰ ਕਰਦੇ ਹਾਂ। ਉਹਨਾਂ ਦੀ ਲਿਖੀ ਇੱਕ ਇੱਕ ਗੱਲ ਦੇ ਵਿੱਚ ਸੱਚਾਈ ਹੈ। ਜੋ ਇਸ ਵੇਲੇ ਭਦੌੜ ਦੇ ਹਾਲਾਤ ਹੈ, ਮਾੜੇ ਹਾਲਾਤ ਹੈ, ਬਲਕਿ ਮੈਂ ਜੋ ਕਹੂੰਗਾ ਉਹਦੇ ਲਈ ਮੈਂ ਤੁਹਾਡੇ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ। ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਇਹ ਹਾਲਾਤ ਜੋ ਹੁਣ ਹੋਏ ਨੇ, ਇਹਦਾ ਕਸੂਰਵਾਰ ਮੈਂ 1% ਵੀ ਨਹੀਂ ਹਾਂ। ਜੋ ਜੇ ਇਹ ਭਦੌੜ ਦੇ ਅੱਜ ਹਾਲਾਤ ਨੇ, ਇਹ ਕੋਈ ਅੱਜ ਸਾਲ ਜਾਂ 6 ਮਹੀਨੇ ਦੇ ਵਿੱਚ ਪੈਦਾ ਨਹੀਂ ਹੋਏ। ਇਹ ਹਾਲਾਤ ਮਾੜੇ ਹੋਣ ਨੂੰ 10 ਤੋਂ 15 ਸਾਲ ਦਾ ਸਮਾਂ ਲੱਗਿਆ, 20 ਸਾਲ ਦਾ ਸਮਾਂ ਲੱਗਿਆ। ਜੇ ਪੁਰਾਣੇ ਬੰਦਿਆਂ ਨੇ ਉਸ ਗੱਲਾਂ ਦੇ ਬਾਰੇ ਗੌਰ ਨਹੀਂ ਕੀਤੀ ਜੋ ਮੌਕੇ ਦੇ ਮੁਤਾਬਕ ਗੱਲਾਂ ਕਰਨ ਦੀ ਜ਼ਰੂਰਤ ਸੀ, ਜੋ ਉਸ ਸਮੇਂ ਦੇ ਟਾਈਮ ਦੇ ਵਿੱਚ ਸਰਕਾਰਾਂ ਨੂੰ ਐਕਸ਼ਨ ਕਰਨ ਦੀ ਜ਼ਰੂਰਤ ਸੀ, ਜੋ ਉਸ ਸਮੇਂ ਦੇ ਮੌਕੇ ਦੇ ਨੁਮਾਇੰਦਿਆਂ ਨੂੰ ਕੰਮ ਕਰਨ ਦੀ ਜ਼ਰੂਰਤ ਸੀ। ਚਾਹੇ ਇਸ ਗੱਲ ਦੇ ਵਿੱਚ ਮਾਫੀ ਚਾਹੁੰਦਾ, ਸਰਦਾਰ ਪਰਮਜੀਤ ਸਿੰਘ ਸੇਖੋ ਜੀ ਸਾਬਕਾ MC ਬੈਠਦੇ ਆ, ਅਸ਼ੋਕ ਵਰਮਾ ਜੀ ਬੈਠੇ ਆ, ਮੈਂ ਇਹਨਾਂ ਨੂੰ ਵੀ ਉਸ ਗੱਲ ਦੇ ਲਈ ਜ਼ਿੰਮੇਵਾਰ ਠਹਿਰਾਉਣਾ ਕਿ ਕਿਉਂ ਉਹਨਾਂ ਨੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੀ ਊਣਤਾਈ ਅੱਜ ਪੈਦਾ ਹੋਈ ਹੈ ਉਹਦਾ ਉਦੋਂ ਮੌਕੇ 'ਤੇ ਹੱਲ ਕਿਉਂ ਨਹੀਂ ਸੋਚਿਆ। ਕਿਉਂ ਅੱਜ ਜਿਹੜੀ ਉਹ ਛੋਟੀ ਸਮੱਸਿਆ ਸੀ, ਅੱਜ ਉਹ ਲਾ ਇਲਾਜ ਬਿਮਾਰੀ ਬਣ ਕੇ ਸਾਡੇ ਸਾਹਮਣੇ ਆਈ ਹੈ। ਕਿਸੇ ਦਿਨ ਮੌਕਾ ਮਿਲਿਆ ਮੈਂ ਤੁਹਾਨੂੰ ਆਪਣੇ ਦੁਆਰਾ ਭੇਜੇ ਗਏ ਚਿੱਠੀ ਪੱਤਰ ਜਨਤਕ ਕਰੂੰਗਾ। ਪਿਛਲੇ 9 ਮਹੀਨਿਆਂ ਤੋਂ 8 ਤੋਂ 9 ਮਹੀਨਿਆਂ ਦੇ ਵਿੱਚ ਮੈਂ ਸੀਵਰੇਜ ਬੋਰਡ ਦੇ ਆਲਾ ਅਧਿਕਾਰੀਆਂ ਨੂੰ, ਜਿਹੜੇ ਜੋ SDO ਨੇ, ਐਕਸ਼ਨ ਛੋਟੇ ਲੈਵਲ ਦੇ ਅਫਸਰ ਨੇ, ਉਹਨਾਂ ਤੋਂ ਉੱਪਰ ਚੰਡੀਗੜ੍ਹ ਦੇ ਹਾਇਰ ਅਥਾਰਟੀ ਤੱਕ ਨੂੰ ਬਾਰ-ਬਾਰ 9 ਮਹੀਨਿਆਂ ਦੇ ਦੌਰਾਨ ਆਗਾਹ ਕਰ ਚੁੱਕਿਆ ਕਿ ਜੇਕਰ ਤੁਸੀਂ ਸਾਡੇ ਭਦੌੜ ਦੇ ਸੀਵਰੇਜ ਸਿਸਟਮ ਦਾ ਸੁਧਾਰ ਨਹੀਂ ਕਰੋਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹਿਰ ਭਦੌੜ ਦੇ ਵਿੱਚ ਜਾਨੀ ਮਾਲੀ ਨੁਕਸਾਨ ਹੋ ਸਕਦੇ ਆ। ਭਦੌੜ ਸ਼ਹਿਰ ਦੇ ਵਿੱਚ ਬਿਮਾਰੀਆਂ ਦਾ ਫੈਲਾਅ ਹੋ ਸਕਦਾ। ਇਸ ਗੱਲ ਦਾ ਮੈਂ ਇਹ ਪੱਤਰਕਾਰ ਵੀਰਾਂ ਨੂੰ ਕਹਿ ਸਕਦਾ, ਕਿਸੇ ਵੀਰ ਨੂੰ ਸ਼ੰਕਾ ਹੋਵੇ ਤਾਂ ਮੈਂ ਆਪਣੇ ਵੱਲੋਂ ਕੱਢੀਆਂ ਗਈਆਂ ਚਿੱਠੀਆਂ ਦਫ਼ਤਰੀ ਉਹ ਇਹਨਾਂ ਨੂੰ ਜਨਤਕ ਕਰ ਸਕਦਾ ਤੇ ਸ਼ਾਇਦ ਕੁਝ ਪੱਤਰਕਾਰਾਂ ਨੂੰ ਮੈਂ ਉਸ ਦੇ ਬਾਰੇ ਉਹ ਚਿੱਠੀਆਂ ਦਿਖਾਈਆਂ ਵੀ ਹੈ। ਦੂਜੀ ਗੱਲ, ਜੋ ਸ਼ਹਿਰ ਦੇ ਛੱਪੜ ਨੇ ਜੋ ਅੱਜ ਕੱਲ੍ਹ ਓਵਰਫਲੋ ਦੇ ਪਾਸ ਨੇ, ਇਸ ਬਾਰੇ ਵੀ ਮੈਂ ਪਿਛਲੇ 8 ਮਹੀਨਿਆਂ ਤੋਂ, ਜਦੋਂ ਕਾਂਗਰਸ ਸਰਕਾਰ ਸੀ ਉਦੋਂ ਵੀ ਤੇ ਹੁਣ ਵਾਲੀ ਸਰਕਾਰ ਨੂੰ ਵੀ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਹਾਂ। MLA ਸਾਹਿਬ ਨਾਲ ਅਸੀਂ ਤਾਲਮੇਲ ਕਰ ਰਹੇ ਹਾਂ। ਉਹਨਾਂ ਨੇ ਸਾਡੀ ਗੱਲ ਬੜੇ ਵਧੀਆ ਮਾਹੌਲ ਦੇ ਵਿੱਚ ਹੋਈ ਹੈ, ਉਹਨਾਂ ਨੇ ਗੱਲ ਸੁਣੀ ਵੀ ਹੈ ਤੇ ਵਿਸ਼ਵਾਸ ਵੀ ਦਿਵਾਇਆ ਕਿ ਜਲਦੀ ਨਗਰ ਕੌਂਸਲ ਭਦੌੜ ਨੂੰ ਬਣਦਾ ਫੰਡ ਮੁਹੱਈਆ ਕਰਨਗੇ, ਜਿਹਦੇ ਨਾਲ ਅਸੀਂ ਛੱਪੜਾਂ ਨੂੰ, ਜੋ ਸਭ ਤੋਂ ਜਿਹੜੀ ਜ਼ਰੂਰੀ ਹਾਲਤ ਹੈ, ਜੋ ਮਾਨਾ ਵਾਲਾ ਛੱਪੜ ਹੈ ਗਵਾੜ ਦੇ ਵਿੱਚ ਔਰ ਮੱਜੂਕੇ ਰੋਡ ਤੇ ਜਿਹੜਾ ਤਹਿਸੀਲ ਦੇ ਕੋਲੇ ਛੱਪੜ ਹੈ, ਉਹਨੂੰ ਅਸੀਂ ਜਦੋਂ ਸਾਡੇ ਕੋਲੇ ਫੰਡ ਆ ਗਏ ਪਹਿਲ ਦੇ ਆਧਾਰ ਤੇ
ਮੈਂ ਉਸ ਛੱਪੜ ਨੂੰ ਡੂੰਘਾ ਕਰਨ ਤੇ ਇਸੇ ਸਾਫ਼ ਕਰਨ ਲਈ ਵਚਨਬੱਧ ਹਾਂ। ਪਰ ਮੇਰੀ ਮਜਬੂਰੀ ਆ ਦੋਸਤੋ, ਮੈਂ ਤੁਹਾਡਾ ਭਰਾ ਬੱਚਾ ਦੋਸਤ ਹਾਂ। ਤੁਸੀਂ ਯਕੀਨ ਮੰਨੋ ਕਿ ਤੁਸੀਂ ਇਹ ਗੱਲ ਮੰਨਦੇ ਹੋ ਵੀ ਜੇ ਆਪਾਂ ਘਰੇ ਇੱਕ ਇੱਟ ਲਾਉਣੀ ਹੋਵੇ, ਇੱਕ ਦੀਵਾਰ ਕੱਢਣੀ ਹੋਵੇ, ਬਿਨਾਂ ਪੈਸਿਆਂ ਤੋਂ ਕੋਈ ਕੰਮ ਹੋ ਨਹੀਂ ਸਕਦਾ। ਉਸੇ ਤਰੀਕੇ ਦੇ ਨਾਲ ਤੁਹਾਡੇ ਸ਼ਹਿਰੀਆਂ ਦਾ ਸਾਰਾ ਜੋ ਆਪਣੇ ਭਦੌੜ ਦੀ ਨਗਰ ਕੌਂਸਲ ਹੈ, ਉਹ ਆਪਣੇ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਬਣਾਈ ਜਾਂਦੀ ਹੈ, ਉਹਦੇ ਵਿੱਚ ਵੀ ਇਸ ਵੇਲੇ ਸਾਡੇ ਕੋਲੇ ਇਸ ਕੰਮ ਦੇ ਲਈ ਕੋਈ ਪੈਸਾ ਨਹੀਂ ਹੈ। ਮੈਂ ਇਹ ਗੱਲ ਓਪਨ ਤੌਰ ਤੇ ਮੀਡੀਆ ਦੇ ਰਾਹੀਂ ਜਨਤਕ ਕਰਨਾ ਕਿ ਛੱਪੜਾਂ ਦੀ ਸਫਾਈ ਦੇ ਲਈ, ਉਹਦੀ ਡੰਗਾਈ ਦੇ ਲਈ ਸਾਡੇ ਕੋਲੇ ਕੋਈ ਪੈਸਾ ਨਹੀਂ ਹੈ। ਮੈਂ ਪਿਛਲੀ ਸਰਕਾਰ ਨੂੰ ਵੀ ਵਾਰ-ਵਾਰ ਬੇਨਤੀ ਕੀਤੀ ਸੀ ਪੈਸੇ ਦੇ ਲਈ, ਪੈਸਾ ਨਹੀਂ ਜਾਰੀ ਹੋਇਆ। ਮੈਂ ਆਪਣੀ ਜੋ ਬੇਨਤੀ ਸੀ ਮਾਨਯੋਗ ਡੀਸੀ ਸਾਹਿਬ ਨੂੰ, ਏਡੀਸੀ ਸਾਹਿਬ ਨੂੰ, ਐਸਡੀਐਮ ਸਾਹਿਬ ਤਪਾ ਨੂੰ ਲਿਖਤੀ ਬੇਨਤੀ ਕਰ ਚੁੱਕਿਆ ਕਿ ਸਾਨੂੰ ਪਹਿਲ ਦੇ ਆਧਾਰ ਤੇ ਜਿਹੜੀ ਸੀਵਰੇਜ ਦੀ ਸਫਾਈ ਵਾਸਤੇ ਇੱਕ ਨਵੀਂ ਮਸ਼ੀਨ ਲੈ ਕੇ ਦਿੱਤੀ ਜਾਵੇ ਤੇ ਛੱਪੜਾਂ ਦੀ ਡੰਗਾਈ ਤੇ ਸਫਾਈ ਵਾਸਤੇ ਬਣਦੀ ਜਿਹੜੀ ਰਕਮ ਹੈ ਉਹ ਜਾਰੀ ਕੀਤੀ ਜਾਵੇ, ਤਾਂ ਜੋ ਅਸੀਂ ਜੋ ਕਾਨੂੰਨ ਦੇ ਮੁਤਾਬਕ ਟੈਂਡਰ ਲਗਾ ਕੇ ਭਦੌੜ ਸ਼ਹਿਰ ਦਾ ਜਿਹੜੇ ਛੱਪੜਾਂ ਦੀ ਸਫਾਈ ਕਰਾ ਕੇ ਇਸ ਜਿਹੜੀ ਮੁਸੀਬਤ ਬਣੀ ਹੋਈ ਆ ਉਦੋਂ ਤੋਂ ਮੈਂ ਆਪਣੇ ਸ਼ਹਿਰ ਨਿਵਾਸੀਆਂ ਨੂੰ ਛੁਟਕਾਰਾ ਦੇ ਸਕਾਂ। ਮੈਂ ਤੁਹਾਨੂੰ ਦੁਬਾਰੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਕੁਝ ਜਿਹੜੇ ਸਾਡੇ ਰਾਜਨੀਤਿਕ ਵੀਰ ਹੈ, ਭਦੌੜ ਦੇ ਗਰੁੱਪ ਹੈ, ਉਹ ਇਸ ਗੱਲ ਤੇ ਇਕੱਲੀ ਰਾਜਨੀਤੀ ਕਰ ਰਹੇ ਆ। ਜਿਹੜੇ ਸਰਕਾਰ ਦੇ ਵਿੱਚ ਵੀ ਹੈ, ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਮੇਰਾ ਇਕੱਲੇ ਦਾ ਮਸਲਾ ਨਹੀਂ ਹੈ, ਇਹ ਆਪਣੇ ਭਦੌੜ ਦੀ ਗੱਲ ਹੈ। ਜਦੋਂ ਭਦੌੜ ਦੀ ਗੱਲ ਆਉਂਦੀ ਹੈ ਉਦੋਂ ਆਪਾਂ ਨੂੰ ਸਾਰੇ ਨਿੱਜੀ ਗੱਲਾਂ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ। ਮੈਨੂੰ ਵੀ ਬਹੁਤ ਅੱਜ ਸੁਨੇਹੇ ਲੱਗੇ ਵੀ ਤੁਸੀਂ ਉਸ ਮੀਟਿੰਗ ਦੇ ਵਿੱਚ ਗੈਰ ਹਾਜ਼ਰੀ ਬਣਾਓ। ਮੈਂ ਉਹ ਨਾਮ ਜਨਤਕ ਨਹੀਂ ਕਰਨਾ ਚਾਹੁੰਦਾ, ਪਰ ਮੈਂ ਆਪਣੇ ਦਿਲ ਦੀ ਆਵਾਜ਼ ਸੁਣ ਕੇ ਤੁਹਾਨੂੰ ਵਿਸ਼ਵਾਸ ਦਿਵਾਉਣਾ, ਤੁਹਾਡੇ ਵਿੱਚ ਵੀ ਆਇਆ ਤੇ ਹਮੇਸ਼ਾ ਰਹੂੰਗਾ। ਧੰਨਵਾਦ। ਬਹੁਤ ਬਹੁਤ ਮਿਹਰਬਾਨੀ ਜੀ ਸਾਡੇ ਮਨੀਸ਼ ਪ੍ਰਧਾਨ ਜੀ, ਸ਼ੁਕਰੀਆ। ਉਹਨਾਂ ਨੇ ਆਪਣੀ ਜਿਹੜੀ ਗੱਲ ਰੱਖੀ ਹੈ ਔਰ ਨਾਲ ਉਹਨਾਂ ਨੇ ਕਿਹਾ ਵੀ ਜਿਹੜਾ ਵੀ ਸਾਨੂੰ ਸਹਿਯੋਗ ਹੋਊਗਾ ਹਮੇਸ਼ਾ ਨਾਲ ਰਹੂਗਾ। ਹੁਣ ਮੈਂ ਧੰਨਵਾਦ ਇਸ ਤੋਂ ਬਾਅਦ ਦੇ ਵਿੱਚ ਸਾਡੇ ਕਾਲਾ ਸਿੰਘ ਜੀ, ਮੈਂ ਛੋਟਾ ਨਾਮ ਹੀ ਜਾਣਦਾ, ਮੈਨੂੰ ਪੂਰਾ ਪਤਾ ਨਹੀਂ ਹੈਗਾ, ਗਿਆਨੀ ਜੀ ਜੋ ਕੋਠੇ ਬਾਬਾ ਭਾਨ ਸਿੰਘ ਚੋਂ, ਉਹ ਫਤਿਹ ਬੁਲਾਉਣਗੇ, ਸਾਰੀ ਸੰਗਤਾਂ ਦਾ ਧੰਨਵਾਦ ਕਰਨਗੇ। ਤੇ ਨਾਲ ਹੀ 1 ਮਿੰਟ ਤੁਹਾਡਾ ਮਾਣ ਜ਼ਰੂਰ ਲਵਾਂਗਾ, ਸਿਰਫ ਇੱਕੋ ਹੀ ਮਿੰਟ। ਜੋ ਮਨੀਸ਼ ਜੀ ਨੇ ਕਿਹਾ ਵੀ ਜੋ ਪਿਛਲੇ ਸਮੇਂ ਦੇ ਵਿੱਚ ਇਹ ਕੰਮ ਹੋਇਆ, ਇਹ ਪਹਿਲਾਂ ਤੋਂ ਸਟਾਰਟ ਹੋਇਆ, ਮੈਂ ਇਹ ਦੱਸਾਂ ਕਿ ਜਿਹੜਾ ਨਗਰ ਕੌਂਸਲ ਭਦੌੜ ਦੇ ਸਮੇਂ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਨੂੰ ਮਾਨਾ ਵਾਲੇ ਛੱਪੜ ਤੋਂ ਪਰਲੇ ਪਾਸੇ ਨੂੰ ਜਾਂਦਾ, ਉਹ ਮਾਨਾ ਵਾਲਾ ਛੱਪੜ ਤਾਂ ਖੈਰ ਨਹੀਂ ਹੈਗਾ, ਉਹ ਅਰਾਈਏ ਵਾਲਾ ਛੱਪੜ ਵੱਜਦਾ। ਉਹ ਛੱਪੜ ਦੇ ਵਿੱਚ ਠੀਕ ਹੈ ਕਿ ਉਸ ਟਾਈਮ ਤੇ ਜਿਹੜਾ ਖਾਲ ਸੀ ਢਾਇਆ, ਸ਼੍ਰੋਮਣੀ ਕਮੇਟੀ ਨੇ ਢਾਇਆ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਢਾਇਆ ਤੇ ਸਭ ਤੋਂ ਪਹਿਲਾਂ ਜਾ ਕੇ ਲੜਾਈ ਉੱਥੇ ਮੈਂ ਲੜੀ ਸੀ। ਆਹ ਬੈਠਾ ਅਸ਼ੋਕ ਕੁਮਾਰ ਜੀ, ਇਹਨਾਂ ਨੂੰ ਸਾਰਿਆਂ ਨੂੰ ਉੱਥੇ ਬੁਲਾ ਕੇ ਮੈਨੇਜਰ ਅਮਰੀਕ ਸਿੰਘ ਸੀ, ਉਹਦੇ ਨਾਲ ਗਾਲੀ ਗਲੋਚ ਵੀ ਕੀਤੀ। ਉਹਨਾਂ ਤੋਂ ਨਾਲ ਹੀ ਅਸੀਂ ਉਹ ਜਿਹੜਾ ਖਾਲ ਹੈ ਪਵਾਇਆ। ਪਵਾਉਣ ਤੋਂ ਬਾਅਦ ਦੇ ਵਿੱਚ ਸਾਡੇ ਖਿਲਾਫ ਕੋਰਟ ਵਿੱਚ ਕੇਸ ਚੱਲਿਆ, ਜਿਹਨੂੰ ਪਾਰਟੀ ਮੈਨੂੰ ਬਣਾਇਆ ਸੀ, ਸਾਡੇ ਦੂਜੇ ਐਮਸੀਆਂ ਦਾ ਨਾਂ ਸੀ, ਪਾਰਟੀ ਨਿੱਜੀ ਮੈਨੂੰ ਬਣਾਇਆ ਸੀ, ਲੇਕਿਨ ਉਹ ਖਾਲ ਉੱਥੇ ਪਾਇਆ ਰਿਹਾ। ਮੈਨੂੰ ਨਹੀਂ ਪਤਾ ਕਿ ਤੁਹਾਡੇ ਜਿਹੜੇ ਬਾਅਦ ਦੇ ਵਿੱਚ ਸਾਥੋਂ ਮਗਰੋਂ, ਸਾਡੇ ਤੋਂ ਮਗਰੋਂ 1 ਸਾਲ ਬਾਅਦ ਉਹ ਖਾਲ ਢਾਇਆ, ਔਰ ਢਾਉਣ ਦਾ ਕਾਰਨ ਮੈਨੂੰ ਨਹੀਂ ਪਤਾ ਕਿ ਤੁਹਾਡੇ ਐਮਸੀਆਂ ਨੂੰ ਪਤਾ ਲੱਗਿਆ, ਪਤਾ ਨਹੀਂ ਲੱਗਿਆ, ਪਤਾ ਨਹੀਂ ਤੁਹਾਡੇ ਐਮਸੀਆਂ ਨੇ ਕੁਛ ਲਿਆ ਹੋਇਆ ਸੀ, ਪਤਾ ਨਹੀਂ ਕੁਛ ਨਾ ਕੁਛ ਖਾਧਾ ਪੀਤਾ ਹੋਇਆ ਸੀ। ਇਸ ਕਰਕੇ ਜਿਹੜਾ ਖਾਲ ਹੈ ਤੁਸੀਂ ਉਹ ਦੁਬਾਰੇ ਚਾਲੂ ਨਹੀਂ ਕੀਤਾ। ਉਸ ਖਾਲ ਦਾ ਕਰਕੇ ਇਹ ਜਿਹੜੀ ਦਿੱਕਤ ਆਈ ਹੈ, ਸ਼ਹਿਰ ਤਾਂ ਡੁੱਬਿਆ। ਜਿਸ ਦਿਨ ਦੁਬਾਰੇ ਉੱਥੇ ਪਾਣੀ ਗੋਡੇ ਖੜ ਗਿਆ ਮੀਂਹ ਪੈਂਦੇ 'ਚ, ਤੇ ਸਭ ਤੋਂ ਪਹਿਲਾਂ ਮੇਰੇ ਬੰਦਿਆਂ ਨੇ ਜਾ ਕੇ ਕੰਧ ਭੰਨੀ ਹੈ। ਸੋ ਇਸ ਕਰਕੇ ਪ੍ਰਧਾਨ ਜੀ ਦਾ ਆਪਣੇ ਲੈਵਲ ਤੇ ਬਹੁਤ ਜ਼ੋਰ ਲਾ ਰਹੇ ਆ, ਧੰਨਵਾਦ ਹੈ। ਮੈਂ ਤਾਂ ਪਹਿਲਾਂ ਇਹਨਾਂ ਦਾ ਧੰਨਵਾਦ ਕਰਤਾ ਵੀ ਜਿਹੜਾ ਇਹਨਾਂ ਨੂੰ ਦਿਖਾਉਣੇ ਆ ਉਸ ਤੇ ਗੌਰ ਕਰਦੇ ਆ, ਧੰਨਵਾਦ ਹੈ ਇਹਨਾਂ ਦਾ। ਪਰ ਜਿਹੜੀ ਗੱਲ ਸਾਡੇ ਬਾਰੇ ਕਹੀ ਹੈ, ਮੈਂ ਉਹਦੇ ਬਾਰੇ ਸਪਸ਼ਟ ਇਸ ਕਰਕੇ ਕੀਤਾ ਹੈ ਵੀ ਕਈ ਵਾਰੀ ਐਂ ਹੁੰਦਾ ਯਾਰ ਵੀ ਤੁਹਾਡੇ ਬਾਰੇ ਦੱਸਿਆ ਸੀ ਅਗਲੇ ਨੇ, ਤੁਸੀਂ ਸਪਸ਼ਟ ਕਿਉਂ ਨਹੀਂ ਕਰ ਸਕੇ। ਉਸ ਦੀ ਜਿਹੜੀ ਬਕਾਇਦਾ ਕੋਰਟ ਵਿੱਚ ਕੇਸ ਚੱਲਿਆ ਸੀਗਾ, ਉਹਦੇ 'ਚ ਕੁੱਕਾ ਜੀ ਨੂੰ ਪਤਾ ਹੈ, ਹੋਰ ਵੀ ਬਹੁਤ ਸਾਰੇ ਸਾਥੀਆਂ ਨੂੰ ਪਤਾ ਹੈ ਜੋ ਕੇਸ ਪਿਆ ਸੀ। ਚਲੋ ਉਸ ਗੱਲ ਨੂੰ ਆਪਾਂ ਛੱਡ ਕੇ ਆਪਣਾ ਮਤਲਬ ਇਕੱਲੇ ਹਸਪਤਾਲ ਵਾਸਤੇ ਹੈ। ਹਸਪਤਾਲ ਦਾ ਜਿਹੜਾ ਸੰਘਰਸ਼ ਹੈ, ਆਪਾਂ ਰੂਪਰੇਖਾ ਲਿਖਣੀ ਹੈ, ਉਹ ਬੈਠ ਕੇ ਆਪਾਂ ਲਿਖੀਏ।